ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਵੇਲੇ ਇਹ ਸਾਰਾ ਹੀ ਸੰਸਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਈਰਖਾ ਦੀ ਅੱਗ ਵਿੱਚ ਲਟਾਲਟ ਮੱਚ ਰਿਹਾ ਸੀ, ਇਸ ਮੱਚਦੀ ਅੱਗ ਨੂੰ ਠਾਰਨ ਵਾਸਤੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਿਆ। ਗੁਰੂ ਜੀ ਸੁਲਤਾਨਪੁਰ ਤੋਂ ਏਮਨਾਬਾਦ ਪਹੁੰਚੇ। ਏਮਨਾਬਾਦ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਉੱਥੇ ਇੱਕ ਕਿਰਤੀ ਤਰਖਾਣ ਭਾਈ ਲਾਲੋ ਜੀ ਰਹਿੰਦਾ ਸੀ। ਮਲਕ ਭਾਗੋ ਦੇ ਮਹਿਲਾਂ ਵਿੱਚ ਲੱਕੜੀ, ਲੋਹੇ ਦਾ ਕੰਮ ਅਤੇ ਇੱਟਾਂ ਦਾ ਕੰਮ ਇਹਨਾਂ ਦੀ ਨਿਗਰਾਨੀ ਹੇਠ ਬਹੁਤ ਸਾਰੇ ਮਿਸਤਰੀ ਕਰਦੇ ਸਨ। ਇਹ ਬਹੁਤ ਹੀ ਬੜੇ ਧਰਮ ਪ੍ਰਚਾਰਕ ਸਨ। ਇਹਨਾਂ ਨੇ ਆਪ ਵੀ ਪ੍ਰਚਾਰ ਅਤੇ ਧਰਮ ਦੇ ਅਸੂਲਾਂ 'ਤੇ ਚੱਲ ਕੇ ਆਪਣੇ ਜੀਵਨ ਨੂੰ ਉੱਚਾ ਅਤੇ ਸੁੱਚਾ ਬਣਾਇਆ ਸੀ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੈ, ਜਿਸ ਵੇਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਨੂੰ ਜਾ ਕੇ ਮਿਲੇ, ਅੱਗੋਂ ਭਾਈ ਲਾਲੋ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ? ਮੈਂ ਤਾਂ ਤੁਹਾਨੂੰ ਜਾਣਦਾ ਨਹੀਂ, ਆਪਣਾ ਠੀਕ ਪਤਾ ਦੱਸੋ। ਅੱਗੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ, ਭਾਈ ਲਾਲੋ, ਅਸੀਂ ਤਾਂ ਪਰਦੇਸੀ ਬੰਦੇ ਹਾਂ। ਇਹ ਸੁਣ ਕੇ ਭਾਈ ਲਾਲੋ ਜੀ ਬੋਲੇ, ਪਰਦੇਸੀ ਤਾਂ ਸਾਰਾ ਹੀ ਸੰਸਾਰ ਹੈ, ਪਰ ਤੁਸੀਂ ਮੁਲੰਮਾ ਨਾ ਵਰਤੋ, ਪਰ ਠੀਕ ਤੁਸੀਂ ਆਪਣਾ ਨਾਮ ਪਤਾ ਦੱਸੋ ਅਤੇ ਜਿਉਂ ਕਿ ਤਿਉਂ ਆਖੋ। ਅੱਗੋਂ ਸਤਿਗੁਰੂ ਨਾਨਕ ਦੇਵ ਜੀ ਨੇ ਆਖਿਆ, ਭਾਈ ਲਾਲੋ, ਜਿਹੜਾ ਨਾ ਜਾਣਦਾ ਹੋਵੇ ਉਸ ਨੂੰ ਤਾਂ ਦੱਸੀਏ, ਪਰ ਤੂੰ ਤਾਂ ਸਾਰਾ ਕੁਝ ਹੀ ਜਾਣਦਾ ਹੈ, ਤੈਨੂੰ ਅਸੀਂ ਕੀ ਦੱਸੀਏ। ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਭਾਈ ਲਾਲੋ ਜੀ ਨੂੰ ਸਤਿਗੁਰੂ ਨਾਨਕ ਦੇਵ ਜੀ ਅੰਤਰਜਾਮੀ ਦੱਸਦੇ ਹਨ। ਫਿਰ ਸਤਿਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਭਾਈ ਲਾਲੋ, ਤੇਰਾ ਸਾਡਾ ਇਹੋ ਵਚਨ ਸੀ। ਅੱਗੋਂ ਭਾਈ ਲਾਲੋ ਜੀ ਕਹਿੰਦੇ ਹਨ ਕਿ ਗੱਲ ਅੱਗੇ ਛੇੜਨੀ ਨਹੀਂ, ਅੰਦਰ ਦੀ ਅੰਦਰ ਹੀ ਰੱਖਣੀ ਹੈ, ਜ਼ਾਹਰ ਨਹੀਂ ਕਰਨੀ। ਇਸ ਗੱਲ ਤੋਂ ਸਿੱਧ ਹੁੰਦਾ ਹੈ ਕਿ ਭਾਈ ਲਾਲੋ ਜੀ ਤਾਂ ਠੀਕ ਅੰਤਰਜਾਮੀ ਸੀ। ਭਾਈ ਲਾਲੋ ਜੀ ਪਹਿਲਾਂ ਹੀ ਪੂਰਨ ਭਗਤ ਅਤੇ ਅੰਤਰਜਾਮੀ ਸਨ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਏਮਨਾਬਾਦ ਮਿਲਣ ਵਾਸਤੇ ਗਏ ਸੀ। ਇਸ ਸਾਖੀ ਤੋਂ ਤਾਂ ਸਿੱਧ ਹੁੰਦਾ ਹੈ ਕਿ ਭਾਈ ਲਾਲੋ ਜੀ ਮਲਕ ਭਾਗੋ ਦਾ ਬੜਾ ਮਿਸਤਰੀ ਸੀ। ਸਾਰਾ ਹੀ ਕੰਮ ਇਹਨਾਂ ਦੀ ਦੇਖ ਰੇਖ ਵਿੱਚ ਚੱਲਦਾ ਸੀ। ਇੱਕ ਬਾਦਸ਼ਾਹ ਦਾ ਮਿਸਤਰੀ ਹੋਵੇ, ਫਿਰ ਉਹ ਗਰੀਬ ਕਿਵੇਂ ਹੋ ਸਕਦਾ ਹੈ। ਅਤੇ ਭਾਈ ਲਾਲੋ ਜੀ ਦੇ ਕੋਲ ਸਤਿਗੁਰੂ ਨਾਨਕ ਦੇਵ ਜੀ ਏਮਨਾਬਾਦ ਵਿੱਚ ਗਏ, ਕਿਉਂਕਿ ਉਸ ਵੇਲੇ ਧਰਮ ਦੇ ਪ੍ਰਚਾਰਕ ਭਾਈ ਲਾਲੋ ਜੀ ਬੜੇ ਹੀ ਪ੍ਰਸਿੱਧ ਹੋਏ ਹਨ ਅਤੇ ਪੂਰਨ ਭਗਤ ਹਨ। ਇਸੇ ਕਰਕੇ ਸਤਿਗੁਰੂ ਨਾਨਕ ਦੇਵ ਜੀ ਨੇ ਧਰਮ ਦਾ ਪ੍ਰਚਾਰ ਕਰਨ ਵਾਲਾ ਸਭ ਤੋਂ ਪਹਿਲਾਂ ਭਾਈ ਲਾਲੋ ਜੀ ਨੂੰ ਹੀ ਚੁਣਿਆ ਸੀ। ਪ੍ਰਚਾਰਕ ਅਤੇ ਪੂਰਨ ਭਗਤ ਸਮਝ ਕੇ ਹੀ ਭਾਈ ਲਾਲੋ ਕੋਲ ਗੁਰੂ ਜੀ ਆਪ ਚੱਲ ਕੇ ਗਏ ਸੀ ਅਤੇ 8-9 ਮਹੀਨੇ ਉੱਥੇ ਹੀ ਰਹੇ ਸੀ। ਦੁਨੀਆ ਨੂੰ ਸਿੱਧੇ ਰਾਹੇ ਪਾਉਣ ਦਾ ਪ੍ਰੋਗਰਾਮ ਉਲੀਕਿਆ ਸੀ। ਭਾਈ ਲਾਲੋ ਨੂੰ ਪੂਰਨ ਭਗਤ ਅਤੇ ਅੰਤਰਜਾਮੀ ਸਮਝ ਕੇ ਸਤਿਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਕਹਿ ਕੇ ਬੁਲਾਇਆ ਅਤੇ ਸਨਮਾਨ ਕੀਤਾ। ਫਿਰ ਸਤਿਗੁਰੂ ਨਾਨਕ ਦੇਵ ਜੀ ਤੇ ਭਾਈ ਲਾਲੋ ਜੀ ਨਾਲ ਮਿਲ ਕੇ ਉੱਥੋਂ ਦੇ ਮਲਕ ਭਾਗੋ ਨੂੰ ਸਮਝਾਉਣਾ ਚਾਹਿਆ। ਜਿਸ ਵੇਲੇ ਉਸਨੇ ਆਪਣੇ ਘਰ ਬ੍ਰਹਮ ਭੋਜ ਕੀਤਾ ਅਤੇ ਸਾਰੇ ਹੀ ਸ਼ਹਿਰ ਅਤੇ ਸਾਧੂ ਸੰਤਾਂ ਨੂੰ ਵੀ ਸੱਦਿਆ ਗਿਆ। ਸਾਰੇ ਹੀ ਲੋਕ ਭੋਜਨ ਛਕ ਕੇ ਚਲੇ ਗਏ। ਜਿਸ ਵੇਲੇ ਰਾਜ ਨੇ ਪੁੱਛਿਆ ਕਿ ਸਾਰੇ ਹੀ ਲੋਕ ਭੋਜਨ ਛਕ ਕੇ ਗਏ ਹਨ, ਕੋਈ ਰਹਿ ਤਾਂ ਨਹੀਂ ਗਿਆ, ਤਾਂ ਅਹਿਲਕਾਰਾਂ ਨੇ ਦੱਸਿਆ ਕਿ ਜੋ ਨਾਨਕ ਖੱਤਰੀ ਸਾਧੂ ਦੇ ਭੇਸ ਵਿੱਚ ਫਿਰਦਾ ਹੈ ਅਤੇ ਲਾਲੋ ਤਰਖਾਣ ਦੇ ਘਰ ਰਹਿੰਦਾ ਹੈ, ਉਹ ਦੋਨੋਂ ਹੀ ਭੋਜਨ ਛਕਣ ਨਹੀਂ ਆਏ। ਇਹ ਗੱਲ ਸੁਣ ਕੇ ਮਲਕ ਭਾਗੋ ਨੇ ਆਪਣਾ ਬੰਦਾ ਭੇਜ ਕੇ ਦੋਹਾਂ ਨੂੰ ਹੀ ਬੁਲਾ ਲਿਆ ਅਤੇ ਪੁੱਛਿਆ ਕਿ ਮੇਰੇ ਘਰ ਭੋਜਨ ਛਕਣ ਵਾਸਤੇ ਕਿਉਂ ਨਹੀਂ ਆਏ? ਉਸ ਲਾਲੋ ਤਰਖਾਣ ਦੇ ਹੀ ਘਰ ਬੈਠੇ ਹੋ, ਉਸ ਦੇ ਘਰ ਨਾਲੋਂ ਤਾਂ ਮੇਰਾ ਭੋਜਨ ਚੰਗਾ ਹੈ। ਮਾਲ ਪੂੜੇ, ਖੀਰ, ਮਠਿਆਈ ਇਹ ਸਭ ਕੁਝ ਬਣਿਆ ਹੈ, ਤੁਸੀਂ ਕਿਰਪਾ ਕਰਕੇ ਭੋਜਨ ਛਕੋ। ਸਤਿਗੁਰੂ ਨਾਨਕ ਦੇਵ ਜੀ ਨੇ ਆਖਿਆ, ਤੇਰੇ ਭੋਜਨ ਵਿੱਚ ਤਾਂ ਗਰੀਬਾਂ ਦਾ ਖੂਨ ਇਕੱਠਾ ਕੀਤਾ ਹੋਇਆ ਹੈ
ਅਤੇ ਭਾਈ ਲਾਲੋ ਦਾ ਭੋਜਨ ਹੱਕ ਦੀ ਕਮਾਈ ਦਾ ਹੈ। ਇਸ ਕਰਕੇ ਹੀ ਅਸੀਂ ਉਸ ਦੇ ਘਰ ਬੈਠੇ ਹਾਂ ਅਤੇ ਉਸ ਦਾ ਭੋਜਨ ਖਾਂਦੇ ਹਾਂ। ਸਤਿਗੁਰੂ ਨਾਨਕ ਦੇਵ ਜੀ ਤੋਂ ਇਹ ਬਚਨ ਸੁਣ ਕੇ ਮਲਕ ਭਾਗੋ ਨੇ ਆਖਿਆ, ਮੈਨੂੰ ਤੁਹਾਡੀ ਗੱਲ ਦਾ ਕੋਈ ਇਤਬਾਰ ਨਹੀਂ। ਤੁਸੀਂ ਦੱਸੋ, ਮੇਰੇ ਭੋਜਨ ਵਿੱਚ ਗਰੀਬਾਂ ਦਾ ਖੂਨ ਕਿਵੇਂ ਹੈ? ਸਤਿਗੁਰੂ ਨਾਨਕ ਦੇਵ ਜੀ ਨੇ ਆਖਿਆ, ਮਲਕ ਭਾਗੋ, ਤੂੰ ਗੁੱਸੇ ਨਾ ਹੋ। ਆਪਣਾ ਭੋਜਨ ਲਿਆਓ ਅਤੇ ਭਾਈ ਲਾਲੋ ਦੇ ਘਰੋਂ ਵੀ ਭੋਜਨ ਮੰਗਵਾ ਲਿਆ। ਦੀਨ ਦੁਨੀ ਦੇ ਮਾਲਕ ਨੇ ਭਾਈ ਲਾਲੋ ਦਾ ਭੋਜਨ ਸੱਜੇ ਹੱਥ ਵਿੱਚ ਲੈ ਲਿਆ ਅਤੇ ਮਲਕ ਭਾਗੋ ਦਾ ਭੋਜਨ ਖੱਬੇ ਹੱਥ ਵਿੱਚ ਲੈ ਲਿਆ। ਸਤਿਗੁਰੂ ਨਾਨਕ ਦੇਵ ਜੀ ਨੇ ਤਕਰੀਬਨ ਦਿਨ ਦੇ 2:30 ਵਜੇ ਭਾਰੀ ਸਭਾ ਵਿੱਚ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਕੱਢ ਦਿਖਾਇਆ ਅਤੇ ਮਲਕ ਭਾਗੋ ਦੇ ਮਾਲਪੂੜਿਆਂ ਵਿੱਚੋਂ ਖੂਨ ਕੱਢ ਕੇ ਦਿਖਾਇਆ। ਭਗਤਾਂ ਦੀ ਪੱਤ ਰੱਖਣਹਾਰ ਨੇ ਮਲਕ ਭਾਗੋ ਨੂੰ ਆਖਿਆ, ਮਲਕ ਭਾਗੋ, ਇਹ ਹੈ ਉਹ ਭਾਈ ਲਾਲੋ ਜਿਸ ਦੇ ਘਰ ਨਿੱਤ ਹੀ ਬ੍ਰਹਮ ਭੋਜ ਹੁੰਦਾ ਹੈ। ਇਸ ਕਰਕੇ ਹੀ ਇਹਨਾਂ ਦੇ ਨਿੱਤ ਹੀ ਪ੍ਰਸ਼ਾਦ ਛਕਦੇ ਹਾਂ। ਇਹ ਤੇਰੇ 36 ਪਦਾਰਥਾਂ ਵਿੱਚ ਗਰੀਬਾਂ ਦਾ ਖੂਨ ਇਕੱਠਾ ਕੀਤਾ ਹੋਇਆ ਹੈ। ਇਸ ਕਰਕੇ ਤੇਰੇ ਮਹਿਲਾਂ ਵਿੱਚ ਭੋਜਨ ਛਕਣ ਵਾਸਤੇ ਨਹੀਂ ਆਏ। ਦੀਨ ਦੁਨੀ ਦੇ ਮਾਲਕ ਮਲਕ ਭਾਗੋ ਨੂੰ ਸਮਝਾ ਕੇ ਭਾਈ ਲਾਲੋ ਜੀ ਦੇ ਘਰ ਆ ਪਹੁੰਚੇ, ਜਿਸ ਨੂੰ ਭਾਈ ਗੁਰਦਾਸ ਜੀ ਨੇ ਇਉਂ ਲਿਖਿਆ ਹੈ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਘੁਮਾਈ, ਰੇਤ ਅਕ ਆਹਾਰ ਕਰ, ਰੋੜਾਂ ਕੀ ਗੁਰੂ ਕਰੀ ਵਿਛਾਈ, ਭਾਰੀ ਕਰੀ ਤਪੱਸਿਆ, ਬੜੇ ਭਾਗ ਹਰ ਸਿਉਂ ਬਣੇ ਆਈ, ਬਾਬਾ ਪੈਂਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਜਿਸ ਵੇਲੇ ਸਤਿਗੁਰੂ ਨਾਨਕ ਦੇਵ ਜੀ ਇਸ ਜਗ੍ਹਾ 'ਤੇ ਰੋੜਾਂ ਦੀ ਵਿਛਾਈ ਉੱਤੇ ਕਈ ਦਿਨ ਆਸਣ ਲਗਾ ਕੇ ਬੈਠੇ ਰਹੇ, ਇਸ ਜਗ੍ਹਾ ਆਪ ਜੀ ਨੂੰ ਵਾਹਿਗੁਰੂ ਵੱਲੋਂ ਗਰੀਬੀ ਧਾਰਨ ਦਾ ਹੁਕਮ ਮਿਲਿਆ। ਤਿਲੰਗ ਮਹੱਲਾ ਪਹਿਲਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਤ ਪੜੈ ਸੈਤਾਨ ਵੇ ਲਾਲੋ, ਮੁਸਲਮਾਨੀਆਂ ਪੜ੍ਹੇ ਕਤੇਬਾ, ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖੈ ਲਾਏ ਵੇ ਲਾਲੋ, ਖੂਨ ਕੇ ਸੋਹਿਲੇ ਗਾਵੀਐ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਸਤਿਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਬਾਬਰ ਦੇ ਹਮਲੇ ਵੇਲੇ ਭਾਈ ਲਾਲੋ ਪ੍ਰਥਾਏ ਉਚਾਰਿਆ ਸੀ। ਸਤਿਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਵਿੱਚ ਭਾਈ ਲਾਲੋ ਜੀ ਦੇ ਨਾਮ ਨੂੰ 7 ਵਾਰੀ ਉਚਾਰਨ ਕੀਤਾ ਹੈ। ਸਭ ਤੋਂ ਪਹਿਲਾਂ ਸਤਿਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਦੇ ਘਰ 8 ਜਾਂ 9 ਮਹੀਨੇ ਰਹਿ ਕੇ ਜਗਤ ਜਲੰਦੇ ਨੂੰ ਠਾਰਨ ਵਾਸਤੇ ਪ੍ਰੋਗਰਾਮ ਬਣਾਇਆ। ਭਾਈ ਲਾਲੋ ਜੀ ਵਿਸ਼ਵਕਰਮਾ ਵੰਸ਼ੀ ਸੀ, ਜਿਸ ਦਾ ਨਾਮ ਸਤਿਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿੱਚ ਦਰਜ ਕਰਕੇ ਮਾਣ ਵਡਿਆਈ ਬਖਸ਼ੀ ਹੈ। ਇਹ ਏਮਨਾਬਾਦ ਵਿੱਚ ਗੁਰਦੁਆਰਾ ਰੋੜੀ ਸਾਹਿਬ ਹੈ, ਜਿਸ ਜਗ੍ਹਾ ਉੱਤੇ ਗੁਰੂ ਜੀ ਨੇ ਰੋੜਾਂ ਦੀ ਵਿਛਾਈ ਉੱਤੇ ਆਸਣ ਕੀਤਾ ਸੀ, ਅਤੇ ਦੂਸਰਾ ਗੁਰਦੁਆਰਾ ਖੂਹੀ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ। ਇਹ ਸਮਾਂ ਨਾਨਕਸ਼ਾਹੀ ਸਨ 31 ਜਾਂ 32 ਦੇ ਕਰੀਬ ਹੈ। ਭਾਈ ਲਾਲੋ ਜੀ ਸਾਰਿਆਂ ਨੂੰ ਨਾਮ ਜਪਣ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੰਦੇ ਸਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।